कदी आण वेंदियां दो अखियां, मान ताण वेंदियां दो अखियां, शान वेंदियां दो अखियां, कुल जहान वेंदियां दो अखियां, तकदियां कुदरत कादर दी, जे कादर दा रासी ना चखियां, फिर की मुल इन्हां अखियां दा जो सांभ के सूख मां रखियां। ਚੈਨਲ ਤੋਂ ਸੱਤ ਅਖੰਡ ਜੋਤ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਅੱਖੀਆਂ। ਅੱਖਾਂ ਸਾਡੇ ਸਰੀਰ ਦਾ ਉਹ ਅੰਗ ਹਨ ਜਿਨ੍ਹਾਂ ਬਾਝੋਂ ਸੰਸਾਰ ਨੂੰ ਵੇਖਿਆ ਨਹੀਂ ਜਾ ਸਕਦਾ, ਕਿਉਂਕਿ ਅੱਖਾਂ ਬਿਨਾਂ ਸੰਸਾਰ ਨਹੀਂ, ਹਨੇਰਾ ਏ। ਕਾਦਰ ਦੀ ਕੁੱਲ ਕੁਦਰਤ ਕਾਇਨਾਤ ਵਿੱਚ ਉਹ ਅੱਖਾਂ ਹੀ ਨੇ ਜੋ ਕਿਸੇ ਵੀ ਜੀਵ ਨੂੰ ਦ੍ਰਿਸ਼ਟੇਤਾ ਬਣ ਦਰਸ਼ਨ ਕਰਨ ਦੇ ਕਾਬਿਲ ਬਣਾਉਂਦੀਆਂ ਹਨ। ਅੱਖਾਂ ਨਾ ਹੋਣ ਤਾਂ ਦ੍ਰਿਸ਼ਟਮਾਨ ਵੀ ਦਿਖਾਈ ਨਹੀਂ ਦਿੰਦਾ, ਤੇ ਅਸੀਂ ਵਡਭਾਗੇ ਹਾਂ, ਸਾਨੂੰ ਪਰਮ ਪਿਤਾ ਪਰਮਾਤਮਾ ਵੱਲੋਂ ਦੋ ਅੱਖਾਂ ਨਾਲ ਨਵਾਜਿਆ ਗਿਆ ਹੈ। ਪਰ ਵਰਦਾਨ ਦੇ ਰੂਪ ਵਜੋਂ ਮਿਲੀਆਂ ਇਹ ਦੋ ਅੱਖਾਂ ਸਭ ਕੁਝ ਵੇਖਦੀਆਂ ਹਨ, ਪਰ ਆਪਣੇ ਕਾਦਰ ਪਰਮਾਤਮਾ ਨੂੰ ਨਹੀਂ ਵੇਖਦੀਆਂ। ਪਰਮਾਤਮਾ ਦੀ ਕੁਦਰਤ ਨੂੰ, ਪਰਮਾਤਮਾ ਦੀ ਰਚਨਾ ਜਾਣ ਕੇ ਨਹੀਂ ਵੇਖਦੀਆਂ ਹਨ ਤਾਂ ਆਪਣੇ ਦੋ ਹੋਣ ਦੇ ਮਾਣ ਵਿੱਚ ਹਰ ਚੀਜ਼ ਦੇ ਦੋ ਪੱਖ ਵੇਖਦੀਆਂ ਹਨ। ਉਹਨਾਂ ਪੱਖਾਂ ਨੂੰ ਪਰਮਾਤਮਾ ਨਾਲ ਜੋੜ ਕੇ ਵੇਖਣ ਦੀ ਬਜਾਏ, ਨਿਰਪੱਖ ਵੇਖਣ ਦੀ ਬਜਾਏ, ਇਹ ਅੱਖਾਂ ਅੱਜ ਪਰਮਾਤਮਾ ਦੀ ਕੁਦਰਤ ਨੂੰ ਹੀ ਦੋ ਪੱਖਾਂ ਨਾਲ ਵੇਖਣ ਲੱਗ ਪਈਆਂ ਹਨ। ਕਿਧਰੇ ਉੱਚਾ ਵੇਖਦੀਆਂ ਹਨ, ਕਿਧਰੇ ਨੀਵਾਂ ਵੇਖਦੀਆਂ ਹਨ। ਇਸੇ ਤਰ੍ਹਾਂ ਇਹ ਤੋਲ ਤਰਾਜ਼ੂ ਵਿੱਚ ਸੰਸਾਰ ਨੂੰ ਤੋਲਦੀਆਂ ਪੱਖਵਾਦੀ ਅੱਖੀਆਂ ਵੱਡਾ ਨਿੱਕਾ, ਅਮੀਰ ਗਰੀਬ, ਗੋਰਾ ਕਾਲਾ, ਸੋਹਣਾ ਬਦਸੂਰਤ ਆਦਿ ਪੱਖਾਂ ਵਿੱਚ ਰੰਗੀਆਂ ਨਿਰਪੱਖ ਅਲੱਖ ਦੇ ਦੀਦਾਰਿਆਂ ਤੋਂ ਸਦਾ ਸੱਖਣੀਆਂ ਹੀ ਰਹਿ ਜਾਂਦੀਆਂ ਹਨ। ਅਕਸਰ ਆਖਿਆ ਜਾਂਦਾ ਹੈ ਕਿ ਪਰਮ ਪਿਤਾ ਪਰਮਾਤਮਾ ਸਤਿਪੁਰਖ ਪਿਤਾ ਜੀ ਨੂੰ ਇਹਨਾਂ ਮਟੀਰੀਅਲ ਦੀਆਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਫਿਰ ਵਿਚਾਰਨ ਵਾਲੀ ਗੱਲ ਹੈ, ਭਗਤ ਫਰੀਦ ਜੀ ਦੀਆਂ ਉਹ ਕਿਹੜੀਆਂ ਅੱਖੀਆਂ ਸਨ ਜਿਨ੍ਹਾਂ ਰੱਬ ਨੂੰ ਦੁਨੀਆ ਵਿੱਚ ਵੇਖਿਆ, ਕਿਉਂਕਿ ਉਹਨਾਂ ਦਾ ਫਰਮਾਨ ਹੈ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਵਿਚਾਰਨ ਵਾਲੀ ਗੱਲ ਹੈ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਹ ਕਿਹੜੀਆਂ ਅੱਖੀਆਂ ਸਨ ਜਿਨ੍ਹਾਂ ਹਰ ਘਟ 'ਚੋਂ ਮੂਲ ਮਾਲਕ ਪਦਮ ਪਿਤਾ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੂੰ ਤੱਕਿਆ। ਉਹ ਫਰਮਾਨ ਕਰਦੇ ਹਨ, ਜਹ ਜਹ ਦੇਖਾ ਤਹ ਤਹ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ। ਜੇ ਉਹ ਅੱਖਾਂ ਨਹੀਂ ਤਾਂ ਫਿਰ ਉਹ ਕਿਹੜੀਆਂ ਅੱਖਾਂ ਨੇ? ਕਿਉਂਕਿ ਸੰਸਾਰ ਦੇ ਮਾਰਗ 'ਤੇ ਚੱਲਦਿਆਂ ਸਾਡੇ ਵੱਲੋਂ ਅੱਖਾਂ ਦੀ ਗਿਣਤੀ ਵਿੱਚ ਸਿਰਫ ਇਹ ਦੋ ਅੱਖਾਂ ਹੀ ਆਉਂਦੀਆਂ ਨੇ। ਇਸ ਲਈ ਅਸੀਂ ਇਹਨਾਂ ਅੱਖਾਂ ਤੋਂ ਅਲੱਗਾ ਹੋਰ ਅੱਖਾਂ ਨੂੰ ਕਦੇ ਵਾਚਿਆ ਹੀ ਨਹੀਂ, ਕਦੇ ਵਿਚਾਰਿਆ ਹੀ ਨਹੀਂ ਕਿ ਰਾਤ ਨੂੰ ਸੁੱਤਿਆਂ ਵਕਤ ਇਹਨਾਂ ਦੋ ਅੱਖਾਂ ਦੇ ਬੰਦ ਹੋਣ ਤੋਂ ਬਾਅਦ ਉਹ ਕਿਹੜੀਆਂ ਅੱਖਾਂ ਜਾਗੀਆਂ ਜਿਨ੍ਹਾਂ ਸਾਡੇ ਸੁੱਤਿਆਂ ਹੋਇਆਂ ਵੀ ਫਿਲਮ ਦੇ ਰੂਪ ਵਿੱਚ ਚੱਲਿਆ ਉਹ ਸਾਰਾ ਸੁਪਨਾ ਵੇਖਿਆ ਜੋ ਸੁੱਤਿਆਂ ਹੋਇਆਂ ਸਾਨੂੰ ਆਇਆ। ਕੋਈ ਤਾਂ ਅੱਖਾਂ ਹੈਗੀਆਂ ਜ਼ਰੂਰ ਨੇ ਜਿਨ੍ਹਾਂ ਸੁਪਨੇ ਦਾ ਦਰਸ਼ਨ ਕੀਤਾ, ਕਿਉਂਕਿ ਬਿਨਾਂ ਅੱਖਾਂ ਤੋਂ ਦਰਸ਼ਨ ਕੀਤਾ ਨਹੀਂ ਜਾ ਸਕਦਾ। ਭਾਵੇਂ ਉਹ ਕਾਲਪਨਿਕ ਹੀ ਕਿਉਂ ਨਾ ਹੋਣ, ਪਰ ਅੱਖਾਂ ਤੇ ਹੈਗੀਆਂ ਨੇ ਜੋ ਸਾਡੀਆਂ ਇਹਨਾਂ ਦੋ ਅੱਖੀਆਂ ਤੋਂ ਅਲੱਗਾ ਵੇਖਦੀਆਂ ਨੇ। ਤੇ ਉਹਨਾਂ ਦੋ ਅੱਖੀਆਂ ਤੋਂ ਅਗਾਂਹ ਜੇ ਵਿਚਾਰ ਲਈਏ ਤਾਂ ਅੱਖਾਂ ਫਿਰ ਉਹ ਵੀ ਹੈਗੀਆਂ ਨੇ ਜੋ ਸੂਖਮ ਤਲ 'ਤੇ ਦਰਸ ਦਿਦਾਰੇ ਕਰਦੀਆਂ ਨੇ। ਰੂਹਾਨੀ ਮਾਰਗ 'ਤੇ ਚੱਲਦਿਆਂ ਆਤਮਕ ਸਤਾ ਦਾ ਵਿਵਰਣ ਕਰਦੀਆਂ ਉਹ ਅਨੁਭਵੀ ਅੱਖੀਆਂ ਵੀ ਹੈਗੀਆਂ ਨੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੁਰਬਾਣੀ ਇਸ ਪ੍ਰਕਾਰ ਕਰਦੀ ਹੈ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪੀਰੀ। ਹੈਗੀਆਂ ਤੇ ਹੈ ਨੇ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਜਿਨ੍ਹਾਂ ਉਹ ਅੱਖੀਆਂ ਮਾਣੀਆਂ ਨੇ ਉਹਨਾਂ ਉਸ ਦੇ ਹਵਾਲੇ ਵੀ ਗੁਰੂ ਗੁਰਬਾਣੀ ਵਿੱਚ ਖੂਬ ਦਿੱਤੇ ਹਨ। ਹੁਣ ਸਾਡੇ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਅੱਖੀਆਂ ਤੇ ਹੈਗੀਆਂ ਨੇ, ਫਿਰ ਕਿਉਂ ਅਸੀਂ ਉਹਨਾਂ ਨੂੰ ਕਦੇ ਮਾਣਿਆ ਨਹੀਂ? ਕੀ ਸਾਡਾ ਚਿੱਤ ਨਹੀਂ ਕਰਦਾ ਪਰਮਾਤਮਾ ਦੇ ਦੀਦਾਰੇ ਕਰਨ ਨੂੰ? ਕੀ ਅਸੀਂ ਨਹੀਂ ਚਾਹੁੰਦੇ ਆਪਣੇ ਮੂਲ ਪਿਤਾ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਦਰਸ਼ਨ ਕਰਨ ਨੂੰ? ਜੇ ਚਾਹੁੰਦੇ ਹਾਂ ਤਾਂ ਫਿਰ ਜ਼ਰੂਰਤ ਹੈ ਗੁਰੂ ਗੁਰਬਾਣੀ ਦੀਆਂ ਗਿਆਨ ਦੀਆਂ ਅੱਖੀਆਂ ਨਾਲ ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ ਦੇ ਮਹਾਵਾਕਾਂ ਅਨੁਸਾਰ ਵੇਖ ਵਾਚ ਕੇ ਉਹਨਾਂ ਅਨੁਭਵੀ ਅੱਖੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਦੀ ਜੋ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਦਰਸ ਕਰਵਾ ਦਿੰਦੀਆਂ ਹਨ। ਕਿਉਂਕਿ ਜਦੋਂ ਉਹ ਅੱਖ ਜਾਗਦੀ ਹੈ, ਜਿਸ ਨੂੰ ਰੂਹਾਨੀਅਤ ਵਿੱਚ ਥਰਡ ਆਈ ਵੀ ਕਿਹਾ ਜਾਂਦਾ ਹੈ, ਤਾਂ ਉਸ ਦੇ ਜਾਗਣ ਦਾ, ਉਸ ਅੱਖ ਦੇ ਖੁੱਲ੍ਹਣ ਦਾ ਪ੍ਰਭਾਵ ਸਾਡੀ ਹਰ ਅੱਖ 'ਤੇ ਪੈਂਦਾ ਹੈ। ਅਜਿਹਾ ਪ੍ਰਭਾਵ ਪੈਂਦਾ ਹੈ ਕਿ ਹਰ ਅੱਖ ਦੇ ਦ੍ਰਿਸ਼ਟੇਤਾ ਭਾਵ ਦਾ ਦ੍ਰਿਸ਼ ਬਦਲ ਜਾਂਦਾ ਹੈ। ਭਾਵੇਂ ਉਹ ਅੱਖ ਕਾਲਪਨਿਕ ਹੋਵੇ, ਭਾਵੇਂ ਬਾਹਰੀ ਮਟੀਰੀਅਲ ਦੀ ਅੱਖ ਹੋਵੇ, ਉਹ ਅੱਖ ਦੇ ਖੁੱਲ੍ਹਣ 'ਤੇ ਬਾਹਰੀ ਮਟੀਰੀਅਲ ਦੀਆਂ ਅੱਖੀਆਂ ਫਿਰ ਮਟੀਰੀਅਲ ਨਹੀਂ ਵੇਖਦੀਆਂ, ਚਿਹਰੇ ਨਹੀਂ ਵੇਖਦੀਆਂ, ਮੋਹਰੇ ਨਹੀਂ ਵੇਖਦੀਆਂ, ਜਿਸਮ ਨਹੀਂ ਵੇਖਦੀਆਂ, ਬਲਕਿ ਜਿਸਮ ਪਿਛਲੀ ਜੋਤ ਵੇਖਦੀਆਂ ਹਨ
ਨੂਰ ਨਿਹਾਰਦੀਆਂ ਹਨ, ਕੁਦਰਤ ਸਲਾਉਂਦੀਆਂ ਹਨ, ਕਾਦਰ ਦੀਆਂ ਰਹਿਮਤਾਂ ਤੱਕਦੀਆਂ ਹਨ। ਇਸ ਲਈ ਜ਼ਰਾ ਆਓ ਇਹਨਾਂ ਦੋ ਅੱਖਾਂ ਤੋਂ ਉੱਚੀਆਂ ਉੱਠ ਅਸੀਂ ਵੀ ਉਹਨਾਂ ਅਨੁਭਵੀ ਅੱਖੀਆਂ ਦਾ ਅਨੁਭਵ ਕਰਨ ਦਾ ਉਪਰਾਲਾ ਕਰੀਏ ਜੋ ਸਾਡੀਆਂ ਨਜ਼ਰਾਂ ਦੇ ਨਜ਼ਰੀਏ ਬਦਲ ਦੇਣ ਦੀ ਸਮਰੱਥਾ ਰੱਖਦੀਆਂ ਹਨ। ਜ਼ਰਾ ਉਹਨਾਂ ਅੱਖੀਆਂ ਨੂੰ ਮਾਣਨ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਅੱਖੀਆਂ ਨਾਲ ਪਰਮ ਪੁਰਖ ਦੇ ਦਰਸ ਦਿਦਾਰੇ ਕਰਦਿਆਂ ਪਹਿਲੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਇਆ ਸੀ, ਜਹ ਜਹ ਦੇਖੋ ਤਹ ਤਹ ਸਾਚਾ, ਬਿਨ ਬੂਝੇ ਝਗਰਤ ਜਗ ਕਾਚਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।